मैं हाँ चंचल मनोहर सिंह। ਤੁਸੀਂ देख रहे हो अमृत प्रसार चैनल। आप जी का इस चैनल ते बहुत बहुत स्वागत है। गुलाम नबी आज़ाद जो कि कांग्रेस छोड़ गए हैं, उन्हां बारे चर्चा करते हैं। 73 वरियां दे गुलाम नबी आज़ाद कांग्रेस विच एक मुसलमान चेहरा सन। उन्होंने कांग्रेस विच 50 साल रहे ते 50 साल बाद उन्होंने एक झटके नाल कांग्रेस नू त्याग दिता, छड़ दिता अते एक 5 सफ़ियां दी चिट्ठी लिख के राहुल गांधी ते तरह तरह दे इल्ज़ाम लगाया कि उन्होंने अपनी जिहड़ी उन्हां दी गिल्ट फीलिंग सी उन्हों ढक लिया। कोई भी पूछे कि तुसी पार्टी विच 50 साल रहे हो, तुसी सिरमौर लीडर हो, पार्टी ने तुहानू 37 साल मिनिस्टर रखा, कैबिनेट मंत्री 37 साल, और 7 साल तुसी पार्टी दे लीडर ऑफ अपोजिशन रहे हो, राज सभा च रहे हो 3 टर्मा, 5 टर्मा तुसी मैंबर पार्लीमेंट रहे हो। जदों तुसी इलैक्शन नहीं जीत सकते सी, पार्टी ने तुहानू महाराष्ट्र दे वासिम लोक सभा सीट तो टिकट दे के ते जेतू बनाया। ਇਹਦੇ ਵਿੱਚ ਇਸ ਤੋਂ ਬਾਅਦ ਕਾਂਗਰਸ ਤੁਹਾਨੂੰ ਹੋਰ ਕੀ ਦੇ ਸਕਦੀ ਸੀ। ਗੁਲਾਮ ਨਬੀ ਆਜ਼ਾਦ ਨੇ ਰੱਜ ਕੇ ਉੱਚ ਪੱਧਰ ਦੀ ਸਿਆਸੀ ਜ਼ਿੰਦਗੀ ਜੀਤੀ। ਫਿਰ ਉਹ ਕਾਂਗਰਸ ਵੱਲੋਂ 2005 ਵਿੱਚ ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਵੀ ਰਹੇ। ਸੋ ਉਹਨਾਂ ਦਾ ਇਹ ਸਾਰਾ ਕੁਝ जो उन्होंने चिट्ठी च लिखा है ਉਹਦੇ बारे असी बहुती चर्चा नहीं करांगे। मैं फोकस करांगा कि गुलाम नबी आज़ाद जो कर रहे हैं वो सिर्फ कांग्रेस नू नुकसान ही नहीं पहुँचा रहे, सगों वो बीजेपी का बहुत बड़ा फायदा कर रहे हैं। अगे जो असी तत्थ ते चर्चा करांगे उहदे विच ये चीज़ां उभर के आउणगियां। गुलाम नबी आज़ाद ने कहा कि मैं एक नवी पार्टी लॉन्च करांगा, रीजनल पार्टी जम्मू कश्मीर तो। ये उस तरह ही कर रहे हैं जिस प्रकार मोदी शाह दे कहण ते पंजाब दे साबका मुख मंत्री कैप्टन अमरिंदर सिंह ने कीता सी। कैप्टन अमरिंदर सिंह दी ते मजबूरी सी कि उस दे परिवार दे 3 मैंबरां पर इनफोर्समेंट डायरेक्टोरेट ने केस रजिस्टर करते सी, जिदे विच पैसे दा इधरों उधर भेजन दे चार्जिस सी और वो बड़ी डीप डूंगी इन्वेस्टिगेशन भी उन्होंने कर ली सी। इसलिए कैप्टन अमरिंदर सिंह अमित शाह दे कहण ते पंजाब विच सारे फैसले लैंदे सी। उस तो बाद उन्होंने पार्टी नू कढ़ना पिया क्योंकि वो बीजेपी का प्रोग्राम पंजाब दे रहे सी। हुण इहो काम गुलाम नबी आज़ाद जम्मू एंड कश्मीर विच करनगे। वो डोडा रीजन तो हैं जम्मू दे और चोण लई पार्टी बना रहे हैं ते पार्टी बना के चोणां विच उतरनगे। एक पार्टी नू चलाण लई बहुत बड़ी माइक लोड होंदी है, पैसा कित्थों आएगा। क्या ये जानता है कि ये सारा पैसा उन्होंने बीजेपी प्रदान करेगी
ਤਾਂ ਜੋ ਉਹ ਬੀਜੇਪੀ ਦੀ ਖੇਡ ਜੰਮੂ ਕਸ਼ਮੀਰ 'ਚ ਖੇਲ ਸਕਣਗੇ, ਕਿਉਂਕਿ ਬੀਜੇਪੀ ਇਹ ਸੋਚਦੀ ਹੈ ਕਿ 370 ਤੇ 35A ਦੇ ਲਾਗੂ ਕਰਨ ਤੋਂ ਬਾਅਦ ਤੇ ਜੰਮੂ ਕਸ਼ਮੀਰ ਨੂੰ ਯੂਨੀਅਨ ਟੈਰੀਟਰੀ ਬਣਾਉਣ ਤੋਂ ਬਾਅਦ ਕਿਸੇ ਤਰ੍ਹਾਂ ਜੰਮੂ ਕਸ਼ਮੀਰ ਵਿੱਚ ਰਾਜ ਸੱਤਾ ਵੀ ਹਥਿਆਈ ਜਾਏ, ਜੇਕਰ ਉਹਨਾਂ ਕੋਲ 50 ਸੀਟਾਂ ਆ ਜਾਣ। ਪਰ ਗੁਲਾਮ ਨਬੀ ਆਜ਼ਾਦ ਇਹ ਖੇਡ ਕਿਉਂ ਖੇਡ ਰਹੇ ਹਨ? ਮੈਂ ਜੋ ਜੰਮੂ ਕਸ਼ਮੀਰ ਤੋਂ ਪੱਤਰਕਾਰਾਂ ਤੋਂ ਤੇ ਕੁਝ ਉੱਥੋਂ ਦੇ ਲੀਡਰਾਂ ਨਾਲ ਗੱਲ ਕੀਤੀ, ਕੁਝ ਮੈਂ ਹੋਰ ਕਾਂਗਰਸੀ ਲੀਡਰਾਂ ਨਾਲ ਗੱਲ ਕੀਤੀ, ਉਹਨਾਂ ਨੇ ਇਹ ਦੱਸਿਆ ਕਿ ਜਦੋਂ ਇਹ 2005 ਵਿੱਚ 7ਵੇਂ ਮੁੱਖ ਮੰਤਰੀ ਬਣੇ ਜੰਮੂ ਕਸ਼ਮੀਰ 'ਚ, ਇਹਨਾਂ ਨੇ ਕੁਝ ਕੇਂਦਰ ਵੱਲੋਂ ਭੇਜੀਆਂ ਹੋਈਆਂ ਗ੍ਰਾਂਟਾਂ ਨੂੰ ਖੁਰਦ-ਪੁਰਦ ਕੀਤਾ ਔਰ ਕੁਝ ਇੱਧਰ ਉੱਧਰ ਕੀਤਾ। ਸੋ ਮੋਦੀ ਸਰਕਾਰ ਨੇ ਆਪਣੀਆਂ ਇਨਵੈਸਟੀਗੇਸ਼ਨ ਏਜੰਸੀਆਂ ਦੀ ਡਿਊਟੀ ਲਾਤੀ। ਜਦੋਂ ਉਹਨਾਂ ਨੇ ਫਰੂਕ ਅਬਦੁੱਲਾ ਜੋ ਨੈਸ਼ਨਲ ਕਾਂਗਰਸ ਦੇ ਚੇਅਰਮੈਨ ਹੈ ਬਾਰੇ ਕੁਝ ਸਪੋਰਟਸ ਦੀ ਉਹਨਾਂ ਦੀ ਜਿਹੜੀ ਉਹ ਐਸੋਸੀਏਸ਼ਨ ਦੇ ਪ੍ਰਧਾਨ ਸਨ, ਉਹਦੇ ਬਾਰੇ ਜਦੋਂ ਉਹਨਾਂ ਨੂੰ ਕੁਝ ਲੱਭ ਗਿਆ, ਉਹਦੇ ਤੇ ਕੇਸ ਰਜਿਸਟਰ ਕੀਤਾ ਗਿਆ। ਉਸ ਵੇਲੇ ਪੈਰਲਲ ਇਨਵੈਸਟੀਗੇਸ਼ਨ ਗੁਲਾਮ ਨਬੀ ਆਜ਼ਾਦ ਬਾਰੇ ਵੀ ਚੱਲ ਰਹੀਆਂ ਸਨ। ਉਹਦੇ ਜਦੋਂ ਪੁਰਾਣੇ ਕਾਗਜ਼ ਫਾਈਲਾਂ ਫਰੋਲੀਆਂ ਗਈਆਂ ਤਾਂ ਉਹਨਾਂ ਦੇ ਹੱਥ ਵਿੱਚ ਕਾਫੀ ਅਜਿਹਾ ਕੁਝ ਮਸੌਦਾ ਆ ਗਿਆ ਜਿਸ ਦੇ ਬਿਨਾਂ ਤੇ ਗੁਲਾਮ ਨਬੀ ਆਜ਼ਾਦ ਦੇ ਵਿਰੁੱਧ ਵੱਡੀ ਕਾਰਵਾਈ ਹੋ ਸਕਦੀ ਸੀ। ਲੇਕਿਨ ਮੋਦੀ ਸ਼ਾਹ ਗਵਰਨਮੈਂਟ ਨੇ ਕਾਰਵਾਈ ਕਰਨ ਦੀ ਥਾਂ ਉਹਨਾਂ ਨਾਲ ਜੋ ਰਾਬਤਾ ਕਰਕੇ ਉਹਨਾਂ ਨੂੰ ਜੋ ਸੇਧ ਦਿੱਤੀ, ਉਹ ਸੇਧ ਉਹਨਾਂ ਨੇ ਕਬੂਲ ਲਈ। ਉਸ ਤੋਂ ਬਾਅਦ ਉਹ ਕਾਂਗਰਸ ਵਿੱਚ ਰਹਿੰਦੇ ਹੋਏ ਸੁੰਨ ਹੋ ਗਏ, ਸੁਸਰੀ ਦੀ ਤਰ੍ਹਾਂ ਸੌਂ ਗਏ। ਮੁਸਲਮਾਨਾਂ ਨਾਲ ਦੇਸ਼ ਵਿੱਚ ਇਤਨੇ ਅਤਿਆਚਾਰ ਹੋਏ। ਸ਼ਹੀਨ ਬਾਗ ਵਿੱਚ 1 ਸਾਲ ਤੋਂ ਉੱਪਰ ਲੰਬਾ ਸੰਘਰਸ਼ ਚੱਲਿਆ। ਫਿਰ ਦਿੱਲੀ ਦੀਆਂ ਬਰੂਆਂ ਤੇ ਕਿਸਾਨਾਂ ਦੀ 3 ਕਾਲੇ ਕਾਨੂੰਨਾਂ ਨੂੰ ਲੈ ਕੇ ਇੰਨਾ ਲੰਬਾ ਸੰਘਰਸ਼ ਚੱਲਿਆ। ਪਰ ਗੁਲਾਮ ਨਬੀ ਆਜ਼ਾਦ ਨੇ ਕਦੀ ਜ਼ਬਾਨ ਨਹੀਂ ਖੋਲੀ। ਉਹਨਾਂ ਨੇ G20 ਦੇ ਲੀਡਰਾਂ ਨੇ ਇੱਕ ਗਰੁੱਪ ਬਣਾਇਆ, ਉਹਦੇ ਉਹ ਲੀਡਰ ਸਨ, ਅਤੇ ਉਹਨਾਂ ਨੇ ਰਾਹੁਲ ਗਾਂਧੀ ਦੇ ਵਿਰੁੱਧ ਪ੍ਰਚਾਰ ਸ਼ੁਰੂ ਕੀਤਾ, ਅਟੈਕ ਕੀਤੇ। ਬੀਜੇਪੀ ਨੇ ਤੇ ਕਈ ਕਰੋੜ ਗੋਦੀ ਮੀਡੀਆ ਨੂੰ ਦਿੱਤੇ ਕਿ ਉਹ ਰਾਹੁਲ ਗਾਂਧੀ ਨੂੰ ਪੱਪੂ 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 ਕਰਕੇ ਮਸ਼ਹੂਰ ਕਰ ਦੇਣ ਕਿ ਉਹ ਤੇ ਇੱਕ ਪੱਪੂ ਹੈ ਤੇ ਜਿਸ ਨੂੰ ਸਿਆਸਤ ਦਾ ਕੋਈ ਪਤਾ ਨਹੀਂ। ਉਸ ਸਮੇਂ ਇਹ G20 ਦੇ ਮੈਂਬਰਾਂ ਨੇ, ਜਿਨ੍ਹਾਂ 'ਚ ਕਪਿਲ ਸਿੱਬਲ ਵੀ ਸਨ, ਇਹਨਾਂ ਨੇ ਕਾਂਗਰਸ ਉੱਪਰ ਕਾਫੀ ਡੂੰਘੇ ਤਿੱਖੇ ਹਮਲੇ ਵੀ ਕੀਤੇ, ਬਜਾਏ ਇਸ ਦੇ ਕਿ ਉਹ ਕਾਂਗਰਸ ਪਾਰਟੀ ਨੂੰ ਮਜ਼ਬੂਤ ਕਰਨ ਲਈ ਕੁਝ ਕਰਦੇ। ਕਿਉਂਕਿ ਇਹਦੇ ਵਿੱਚ ਬਹੁਤੇ ਲੀਡਰ ਉਹ ਸਨ ਜਿਨ੍ਹਾਂ ਲੀਡਰਾਂ ਨੂੰ ਘਰੇ ਬੈਠੇ ਹੀ ਸਭ ਕੁਝ ਦਿੱਲੀ 'ਚ ਮਿਲਦਾ ਰਿਹਾ, ਯਾਨੀ ਕਿ ਆਮ ਚੇਅਰ ਲੀਡਰ, ਕੁਰਸੀ ਵਾਲੇ ਨੇਤਾ। ਨਾ ਇਹ ਲੀਡਰ ਨੈਸ਼ਨਲ ਲੈਵਲ ਤੇ ਕੋਈ ਪ੍ਰਭਾਵ ਰੱਖਦੇ ਹਨ, ਨਾ ਇਹਨਾਂ ਦਾ ਆਪਣੀਆਂ ਸਟੇਟਾਂ ਵਿੱਚ ਕੋਈ ਪ੍ਰਭਾਵ ਹੈ। ਸੋ ਕਾਂਗਰਸ ਦੇ ਸਿਰ ਤੇ ਹੀ ਇਹ ਇਤਨੇ ਉੱਚੇ ਰੁਤਬਿਆਂ ਤੇ ਰਹੇ। ਕੁਝ ਲੋਕ ਤਾਂ ਇਹ ਵੀ ਕਹਿੰਦੇ ਹਨ ਕਿ ਇਹ ਪਾਰਟੀ ਨਾਲ ਗਦਾਰੀ ਕੀਤੀ ਹੈ, ਇਹਨਾਂ ਨੇ ਪਾਰਟੀ ਨੂੰ ਧੋਖਾ ਦਿੱਤਾ ਹੈ। ਪਰ ਕੁਝ ਮੁਸਲਮਾਨ ਨੇਤਾ ਤਾਂ ਇਸ ਤੋਂ ਵੀ ਅੱਗੇ ਕਹਿੰਦੇ ਹਨ
ਉਹ ਕਹਿੰਦੇ ਆ ਜਿੱਥੇ ਇਸ ਨੇ ਪਾਰਟੀ ਨਾਲ ਧੋਖਾ ਕੀਤਾ ਉੱਥੇ ਇਹਨਾਂ ਨੇ ਮੁਸਲਮਾਨ ਸਮੁਦਾਇ ਨਾਲ ਵੀ ਧੋਖਾ ਕੀਤਾ। ਅੱਜ ਤੱਕ ਮੁਸਲਮਾਨਾਂ ਦੇ ਹੱਕ ਵਿੱਚ ਗੁਲਾਮ ਨਬੀ ਆਜ਼ਾਦ ਨੇ ਕਦੀ ਕੋਈ ਇੱਕ ਸ਼ਬਦ ਵੀ ਨਹੀਂ ਕਿਹਾ। ਕਦੀ ਵੀ ਉਹਨੇ BJP ਨੂੰ ਉਹਨਾਂ ਦਾ ਜਿਹੜਾ ਦੇਸ਼ ਨੂੰ ਦੋ ਹਿੱਸਿਆਂ 'ਚ ਵੰਡਣਾ ਤੇ ਮੁਸਲਮਾਨਾਂ ਨੂੰ ਹਾਸ਼ੀਏ ਤੇ ਰੱਖਣਾ, ਉਹਦੇ ਬਾਰੇ ਕਦੀ ਕੋਈ ਸਟੇਟਮੈਂਟ ਨਹੀਂ ਦਿੱਤੀ। ਸਗੋਂ ਇਹ BJP ਵੱਲੋਂ यानी कि मोदी सरकार ਵੱਲੋਂ ਸਨਮਾਨਿਤ ਕੀਤੇ ਗਏ ਔਰ ਇਹਨਾਂ ਨੂੰ 2022 ਵਿੱਚ ਮੋਦੀ ਸਰਕਾਰ ਨੇ ਪਦਮ ਭੂਸ਼ਣ ਨਾਲ ਸਨਮਾਨਿਤ ਕੀਤਾ। ਇਹ ਹਿੰਦੁਸਤਾਨ ਦੀ ਹਿਸਟਰੀ 'ਚ ਪਹਿਲੀ ਵਾਰੀ ਹੋਇਆ ਕਿ ਕਿਸੇ ਵਿਰੋਧੀ ਪਾਰਟੀ ਦੇ ਲੀਡਰ ਨੂੰ ਦੇਸ਼ ਦਾ ਤੀਜੇ ਪੱਧਰ ਦਾ ਵੱਡਾ ਇਨਾਮ ਦੇ ਕੇ ਤਗਮਾ ਦੇ ਕੇ ਸਨਮਾਨਿਤ ਕੀਤਾ ਜਾਏ। ਗੱਲ ਇੱਥੇ ਨਹੀਂ ਮੁੱਕਦੀ। ਜਿਸ ਦਿਨ ਉਹਨਾਂ ਦੀ ਰਾਜ ਸਭਾ ਦੀ ਸੀਟ ਦਾ ਟਰਮ ਖਤਮ ਹੁੰਦੀ ਹੈ ਉਸ ਦਿਨ ਉਹਨਾਂ ਦੇ ਵਿਦਾਇਗੀ ਭਾਸ਼ਣ ਵਿੱਚ ਪ੍ਰਾਈਮ ਮਿਨਿਸਟਰ ਮੋਦੀ ਜੀ ਉਹਨੂੰ ਕੰਪਲੀਮੈਂਟ ਦੇ ਰਹੇ ਸੀ, ਉਹਦੀਆਂ ਤਾਰੀਫਾਂ ਕਰ ਰਹੇ ਸੀ, ਉਹਦੀਆਂ ਤਾਰੀਫਾਂ ਦੇ ਪੁੱਲ ਬਣ ਰਹੇ ਸੀ ਕਿ ਉਹ ਕਿੱਡਾ ਵੱਡਾ ਦੇਸ਼ ਭਗਤ ਹੈ। ਉਸ ਸਮੇਂ ਉਹਨਾਂ ਦੇ ਅੱਖਾਂ ਵਿੱਚ ਆਂਸੂ ਆ ਗਏ। ਇਹ ਵੀ ਜਿਹੜੇ ਆਂਸੂ ਸੀ ਕੀ ਅਸੀਂ ਇਹਨਾਂ ਨੂੰ ਕਹਿ ਸਕਦੇ ਹਾਂ ਇਹ ਮਗਰਮੱਛ ਦੇ ਆਂਸੂ ਸੀ? ਹਾਂ, ਕਿਉਂਕਿ ਇਹਨਾਂ ਆਂਸੂਆਂ ਤੋਂ ਪਹਿਲੇ ਹੀ ਗੁਲਾਮ ਨਬੀ ਆਜ਼ਾਦ ਤੇ ਮੋਦੀ ਜੀ ਸ਼ਾਹ ਜੀ ਨਾਲ ਉਹਨਾਂ ਦੀ ਅੰਦਰ ਖਾਤੇ ਕਾਫੀ ਕੁਝ ਤੈਅ ਹੋ ਚੁੱਕਾ ਸੀ ਕਿ ਉਹ ਹੁਣ ਕਾਂਗਰਸ ਛੱਡ ਦੇਣਗੇ ਅਤੇ ਨਵਾਂ ਜਾਮੇ ਵਿੱਚ ਆਉਣਗੇ। ਉਹਨਾਂ ਦੀ ਉਮਰ ਕਿਉਂਕਿ 73 ਸਾਲ ਹੋ ਗਈ ਹੈ ਤੇ 75 ਸਾਲ ਤੋਂ ਵੱਧ ਲੀਡਰਾਂ ਨੂੰ BJP ਵਿੱਚ ਕੋਈ ਰੁਤਬਾ ਕੋਈ ਸਥਾਨ ਨਹੀਂ ਦਿੱਤਾ ਜਾਂਦਾ ਕਿਉਂਕਿ ਵੱਡੇ ਵੱਡੇ ਲੀਡਰ ਅਦਵਾਨੀ ਜੀ, ਮੁਰਲੀ ਮਨੋਹਰ ਜੋਸ਼ੀ ਜੀ ਤੇ ਸਿਨਹਾ ਜੀ, ਹੋਰ ਕਈ ਇੱਦਾਂ ਦੇ ਨਾਮਵਰ ਲੀਡਰਾਂ ਨੂੰ ਉਹਨਾਂ ਦੀ ਉਮਰ 75 ਸਾਲ ਤੋਂ ਉੱਪਰ ਗਈ ਤਾਂ ਉਹਨਾਂ ਨੂੰ ਇੱਕ ਅਰੈਸਟ ਕਰਨ ਲਈ, ਆਰਾਮ ਕਰਨ ਲਈ ਸਿੱਧੇ ਤਰੀਕੇ ਨਾਲ ਇੱਕ ਕਮੇਟੀ ਬਣਾ ਕੇ ਉਹਦੇ 'ਚ ਪਾ ਦਿੱਤਾ ਗਿਆ। ਨਾ ਉਸ ਕਮੇਟੀ ਦੀ ਪਿਛਲੇ 7 ਸਾਲ 'ਚ ਮੀਟਿੰਗ ਹੋਈ ਹੈ ਤੇ ਨਾ ਹੀ ਉਹਦੀ ਕਮੇਟੀ ਦੀ ਕੋਈ ਕਾਰਵਾਈ ਨੂੰ ਪਾਰਟੀ ਨੇ ਵਰਤੋਂ ਵਿੱਚ ਲਿਆਂਦਾ ਹੈ। ਸੋ ਇਹ ਹੁਣ ਜਦੋਂ ਆਪਣੀ ਪਾਰਟੀ 5 ਸਤੰਬਰ ਨੂੰ ਅਨਾਉਂਸ ਕਰਨਗੇ ਇਹਨਾਂ ਦੇ ਜਿਹੜੇ ਜੰਮੂ ਕਸ਼ਮੀਰ ਵਿੱਚ ਇਹਨਾਂ ਦੇ ਕਾਂਗਰਸੀ ਲੀਡਰ ਹਨ ਉਹਨਾਂ ਨੇ ਵੀ ਪਾਰਟੀ ਤੋਂ ਰਿਜ਼ਾਈਨ ਦੇ ਦਿੱਤਾ ਹੈ। ਜੋ ਗੁਲਾਮ ਨਬੀ ਆਜ਼ਾਦ ਦੇ ਨਾਲ ਜੁੜੇ ਹੋਏ ਹਨ, ਬਹੁਤ ਸਾਰੇ ਮੁਸਲਮਾਨ ਨੇਤਾ ਹਨ ਅਤੇ ਉਹ ਨਵੀਂ ਪਾਰਟੀ ਬਣਾਉਣ ਦੀ ਤਿਆਰੀ ਵਿੱਚ ਰੁੱਝ ਗਏ ਹਨ। 5 ਸਤੰਬਰ ਨੂੰ ਜਦੋਂ ਗੁਲਾਮ ਨਬੀ ਆਜ਼ਾਦ ਉੱਥੇ ਜਾਣਗੇ ਸ੍ਰੀਨਗਰ, ਉਹਨਾਂ ਦਾ ਸਨਮਾਨ ਹੋਏਗਾ। ਸਨਮਾਨ ਤੋਂ ਬਾਅਦ ਉਹ ਆਪਣੇ ਸਪੋਰਟਰਸ ਨਾਲ, ਆਪਣੇ ਵਰਕਰਾਂ ਨਾਲ ਗੱਲਬਾਤ ਕਰਕੇ ਇੱਕ ਸਟ੍ਰੈਟਜੀ ਬਣਾਉਣਗੇ ਤੇ ਸਟ੍ਰੈਟਜੀ ਬਣਾ ਕੇ ਫਿਰ ਉਹ ਆਪਣੀ ਪਾਰਟੀ ਦਾ ਨਾਂ ਅਨਾਉਂਸ ਕਰਨਗੇ। ਨਾਲੇ ਫਿਰ ਪਾਰਟੀ ਦਾ ਨਵਾਂ ਚੋਣ ਸਿੰਬਲ ਵੀ ਲੈਣਗੇ। ਤੋ ਇਹ ਸਾਰੀ ਕਾਰਵਾਈ ਦੀ ਅੱਗੋਂ ਤਿਆਰੀ ਹੋਏਗੀ ਕਿਉਂਕਿ ਇਵੇਂ ਲੱਗਦਾ ਕਿ BJP ਨੂੰ ਇੱਕ ਮੋਹਰਾ ਮਿਲ ਗਿਆ, ਮੁਸਲਮਾਨ ਚਿਹਰਾ ਮਿਲ ਗਿਆ। ਉਹ ਉੱਥੋਂ ਦੀਆਂ ਸਿਆਸੀ ਪਾਰਟੀਆਂ ਨੂੰ, ਨੈਸ਼ਨਲ ਕਾਂਗਰਸ ਤੇ ਪੀਪਲਜ਼ ਪਾਰਟੀ ਨੂੰ ਕਿੰਨਾ ਕੁ ਨੁਕਸਾਨ ਪਹੁੰਚਾ ਸਕੇਗਾ ਉਹਨਾਂ ਦੇ ਵਿਰੁੱਧ ਇਲੈਕਸ਼ਨਾਂ ਵਿੱਚ, ਚੋਣਾਂ ਵਿੱਚ, ਕਿੱਥੋਂ ਤੱਕ ਉਹਨਾਂ ਦੀਆਂ ਸੀਟਾਂ ਵਿੱਚ ਉਹ
अपने बंदे खड़ के करके नुकसान पहुँचा सकेगा। पर बीजेपी भी हुण अपनियां बड़े तैयारी नाल चोणां लड़ेगी, क्योंकि जम्मू वाली रीजन विच जम्मू रीजन विच बीजेपी मेजॉरिटी चाहती है, पर कश्मीर डिवीजन विच पीपल्स पार्टी PDP ਜਾਂ ਨੈਸ਼ਨਲ ਕੌਨਫਰੰਸ ਜਾਂ ਇੱਕ ਦੋ ਹੋਰ ਪਾਰਟੀਆਂ ਇਹੀ ਬਹੁਤੀਆਂ ਸੀਟਾਂ ਲੈ ਜਾਂਦੀਆਂ ਹਨ। ਕਦੀ ਸਰਕਾਰ PDP ਬਣਾਉਂਦੀ ਹੈ, ਕਦੀ ਸਰਕਾਰ ਨੈਸ਼ਨਲ ਕੌਨਫਰੰਸ ਬਣਾਉਂਦੀ ਹੈ। ਵਿੱਚ ਵਿਚਾਲੇ ਇੱਕ ਅੱਧੀ ਵਾਰ ਕਾਂਗਰਸ ਦਾ ਵੀ ਦਾਅ ਲੱਗਾ ਹੈ, ਜਦੋਂ ਕਿ ਸਾਰੀਆਂ ਪਾਰਟੀਆਂ ਦੇ MLA थोड़े थोड़े आते हैं तो उन्होंने एक अलायंस बना के गठबंधन करके, जिमें कि गुलाम नबी आज़ाद 2005 बने सी। हुण ये जिहड़ी खेड BJP दे कहण ते जम्मू कश्मीर विच गुलाम नबी आज़ाद खेडणगे, वो इदां दी है जिद्दां कैप्टन अमरिंदर सिंह ने पंजाब विच पंजाब लोग कांग्रेस बना के तां चोणां लड़ियां, अमरिंदर सिंह भी हार गए, उन्हां दे नाल जिहड़े उन्हां ने कैंडीडेट खड़े कीते सी उन्हां दीयां जमानतां भी जब्त हो गईयां, पर वो कांग्रेस नूं खोरा लाण च काफ़ी कामयाब हो गए। सो इदां दा प्रभाव बन रहा कि गुलाम नबी आज़ाद हुण कांग्रेस नूं जम्मू कश्मीर विचों खत्म करन लई कार्यशील होणगे। वो मुख मंत्री बन सकन या ना बन सकन, वो उत्थों दे वोटरां ने फैसला करना है कि वो कुछ सीटां लै जाणगे ते BJP भी कुछ सीटां लै जाए कि वो जे सरकार बनाउण दे नेड़े तेड़े होण तां कि वो गुलाम नबी आज़ाद नूं मुख मंत्री बनाणगे, वो उन्हां दा मोहरा बनेगा। क्योंकि हले तक 370 लागू करन तो बाद मोदी सरकार अमित शाह जी कोई बहुते उत्थे शांति लियाण च कामयाब नहीं होए। सो अज दी चर्चा नूं असी इत्थे ही खत्म करदे हां। धन्यवाद।